ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅਗਰ ਕਿਸੇ ਵੱਡੇ ਭਾਗਾਂ ਵਾਲੀ ਬਹੁਤ ਹੀ ਗੁਰਮੁਖੀ ਰੂਹ ਦੇ ਅੰਦਰ ਇਹ ਅਵਸਥਾ ਬਣ ਜਵੇ ਕਿ ਮੇਰਾ ਮਨ ਲੋਚੇ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾ ਤਰੀਕੀ ਨਿਆਈ, ਤ੍ਰਿਖ ਨ ਉਤਰੇ ਸ਼ਾਂਤ ਨਾ ਆਵੇ, ਗੁਰ ਦਰਸ਼ਨ ਸੰਤ ਪਿਆਰੇ ਜੀਓ। ਹੋਂ ਘੋਲੀ ਹੋਂ ਘੋਲ ਕਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਓ। ਲੇਕਿਨ ਇਸ ਦੇ ਵਾਸਤੇ ਉਸ ਨੂੰ ਗੁਰਬਾਣੀ ਇਹ ਵੀ ਦੱਸਦੀ ਆ ਕਿ ਕੋ ਨਾਨਕ ਸੱਚ ਧਿਆਈਏ, ਸੁੱਚ ਹੋਵੇ ਤਾਂ ਸੱਚ ਪਾਈਏ। ਕਹਿੰਦੇ ਸੱਚ ਨੂੰ ਧਿਆਉਣ ਦੇ ਨਾਲ ਅਗਰ ਇਹ ਅਵਸਥਾ ਬਣ ਜਾਂਦੀ ਆ, ਪਰ ਇਸ ਦੇ ਨਾਲ ਸੁਚਮਤਾ ਅੰਦਰ ਬੜੀ ਜ਼ਰੂਰੀ ਆ। ਕਿਉਂ? ਜਦ ਤੱਕ ਅੰਦਰ ਸੁਚਮਤਾ ਨਹੀਂ ਹੋਊਗੀ, ਸ਼ੁੱਧੀ ਨਹੀਂ ਹੋਊਗੀ, ਤਦ ਤੱਕ ਸੱਚ ਦੇ ਦਰਸ਼ਨ ਨਹੀਂ ਹੁੰਦੇ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਇਹ ਆਖਿਆ ਹੈ ਕਿ ਸੁੱਚ ਹੋਵੇ ਤਾਂ ਸੱਚ ਪਾਈਏ। ਸੋ ਦਾਸ ਅੱਜ ਸ਼ੁੱਧੀ ਕੀ ਹੁੰਦੀ ਆ, ਇਸ ਦੀ ਇੱਕ ਤਿਲ ਮਾਤਰ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਸਭ ਤੋਂ ਪਹਿਲਾਂ ਨਾ ਤਨ ਦੀ ਸ਼ੁੱਧੀ ਹੁੰਦੀ ਆ। ਹੁਣ ਤਨ ਦੀ ਸ਼ੁੱਧੀ ਕਿਵੇਂ ਹੁੰਦੀ ਆ? ਤਨ ਦੀ ਸ਼ੁੱਧੀ ਹੁੰਦੀ ਆ ਇਸ਼ਨਾਨ ਕਰਨ ਦੇ ਨਾਲ। ਜਿਵੇਂ ਗੁਰਬਾਣੀ ਆਖਦੀ ਆ ਕਿ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਧਨ ਭਏ ਅਰੋਗਾ। ਕਰ ਇਸ਼ਨਾਨ, ਪਹਿਲਾਂ ਇਸ਼ਨਾਨ ਨੂੰ ਦ੍ਰਿੜ ਕਰਨਾ। ਨਾਮ ਦਾਨ ਇਸ਼ਨਾਨ, ਇਸ਼ਨਾਨ ਦੇ ਨਾਲ ਤਨ ਦੀ ਸ਼ੁੱਧੀ ਹੁੰਦੀ ਆ। ਦੇਖੋ, ਵੈਸੇ ਤਾਂ ਇਸ਼ਨਾਨ ਆਦਮੀ ਕਿਸੇ ਵੀ ਟਾਈਮ ਕਰ ਸਕਦਾ, ਪਰ ਜਿਹੜਾ ਅੰਮ੍ਰਿਤ ਵੇਲੇ ਦਾ ਇਸ਼ਨਾਨ ਆ ਉਹ ਸਾਰੇ ਇਸ਼ਨਾਨਾਂ ਦੇ ਨਾਲੋਂ ਨੰਬਰ 1 ਦਾ ਮੰਨਿਆ ਜਾਂਦਾ। ਕਿਉਂ? ਕਿਉਂਕਿ ਗੁਰਸਿੱਖਾਂ ਨੂੰ ਇਸ ਗੱਲ ਦਾ ਗਿਆਨ ਹੁੰਦਾ ਹੈ ਕਿ ਅੰਮ੍ਰਿਤ ਵੇਲੇ ਸ਼ਹੀਦ ਸਿੰਘਾਂ ਦਾ ਪਹਿਰਾ ਹੁੰਦਾ ਹੈ। ਸੋ ਜਿਹੜੇ ਗੁਰਮੁਖ ਪਿਆਰੇ ਸ਼ਹੀਦ ਸਿੰਘਾਂ ਦੀ ਨਜ਼ਰ ਦੇ ਵਿੱਚ ਆ ਜਾਂਦੇ ਆ, ਅਤੇ ਅਗਰ ਉਹ 5 ਵਜੇ ਤੋਂ ਪਹਿਲਾਂ ਆਪਣਾ ਇਸ਼ਨਾਨ ਕਰ ਲੈਣ, ਅਤੇ ਕਹਿੰਦੇ ਫਿਰ ਜਿਹੜੇ ਸ਼ਹੀਦ ਸਿੰਘ ਆ ਉਹ ਉਸ ਗੁਰਮੁਖ ਪਿਆਰੇ ਨੂੰ ਸੀਸ ਦੇ ਦਿੰਦੇ ਆ ਕਿ ਇਸ ਦਾ ਜਿੰਨੀਆਂ ਵੀ ਬਿਮਾਰੀਆਂ ਹੈ ਉਹਨਾਂ ਬਿਮਾਰੀਆਂ ਤੋਂ ਹਮੇਸ਼ਾ ਬਚਾ ਰਹੇ। ਸੋ ਜਿਹੜੇ ਗੁਰਮੁਖ ਪਿਆਰੇ ਅੰਮ੍ਰਿਤ ਵੇਲੇ ਇਸ਼ਨਾਨ ਨਹੀਂ ਕਰਦੇ, ਮਹਾਂਪੁਰਖ ਆਖਦੇ ਆ ਕਿ ਉਹਨਾਂ ਦਾ ਜਿੰਨਾ ਵੀ ਤਪ ਵਾ ਨਾ ਉਹ ਸਾਰਾ ਨਸ਼ਟ ਹੋ ਜਾਂਦਾ। ਇਸ ਕਰਕੇ ਅੰਮ੍ਰਿਤ ਵੇਲੇ ਦਾ ਇਸ਼ਨਾਨ ਬਹੁਤ ਜ਼ਿਆਦਾ ਜ਼ਰੂਰੀ ਆ। ਕਿਉਂਕਿ ਇਸ਼ਨਾਨ ਕਰਨ ਦੇ ਨਾਲ ਜਿੱਥੇ ਸਰੀਰ ਰੋਗ ਹੁੰਦਾ ਹੈਗਾ, ਉੱਥੇ ਸਰੀਰ ਦਾ ਅਸਰ ਮਨ 'ਤੇ ਵੀ ਪੈਂਦਾ ਹੈ, ਅਤੇ ਮਨ ਫਿਰ ਨਾਮ ਜਪਣ ਵਾਸਤੇ ਤਿਆਰ ਹੋ ਜਾਂਦਾ ਹੈ। ਸਭ ਤੋਂ ਪਹਿਲਾਂ ਸ਼ੁੱਧੀ ਉਹ ਤਨ ਦੀ ਮੰਨੀ ਗਈ ਆ। ਦੂਸਰੀ ਜਿਹੜੀ ਸ਼ੁੱਧੀ ਆ ਮਹਾਂਪੁਰਖ ਉਹ ਕਹਿੰਦੇ ਹੈ ਕੱਪੜਿਆਂ ਦੀ। ਦੇਖੋ, ਜਿਹੜੇ ਕੱਪੜੇ ਆ ਇਹਦੀ ਸ਼ੁੱਧੀ ਬੜੀ ਜ਼ਰੂਰੀ ਆ। ਆਪਾਂ ਜਾਣਦੇ ਹਾਂ, ਜਿਵੇਂ ਗੁਰਬਾਣੀ ਆਖਦੀ ਆ ਕਿ ਮੂਤ ਪਲੀਤੀ ਕੱਪੜ ਹੋਏ, ਦੇ ਸਾਬਣ ਲਈਏ ਉਹ ਧੋਏ। ਕੱਪੜਿਆਂ ਦੀ ਸ਼ੁੱਧੀ ਸਾਬਣ ਦੇ ਨਾਲ ਧੋਣ ਦੇ ਨਾਲ ਹੁੰਦੀ ਆ। ਸੋ ਜਿੰਨੇ ਵੀ ਕੱਪੜੇ ਸਵੱਛ ਹੋਣ, ਸਾਫ਼ ਹੋਣ, ਉਨਾ ਹੀ ਮਨ ਦੇ ਉੱਤੇ ਜ਼ਿਆਦਾ ਅਸਰ ਪੈਂਦਾ ਹੈਗਾ। ਸੋ ਮੈਲੇ ਕੱਪੜੇ ਪਾ ਕੇ ਭਜਨ ਸਿਮਰਨ ਕਰਨਾ ਇਹ ਗੁਰਸਿੱਖ ਨੂੰ ਸ਼ੋਭਦਾ ਨਹੀਂ। ਇਸ ਕਰਕੇ ਗੁਰਸਿੱਖ ਦੇ ਕੱਪੜੇ ਉੱਜਲ ਹੋਣੇ ਚਾਹੀਦੇ ਆ, ਸਾਫ਼ ਸੁਥਰੇ ਹੋਣੇ ਚਾਹੀਦੇ, ਵਧੀਆ ਹੋਣੇ ਚਾਹੀਦੇ ਆ। ਸੋ ਅਗਲੇ ਜਿਹੜੀ ਸ਼ੁੱਧੀ ਆ ਮਹਾਂਪੁਰਖ ਦੱਸਦੇ ਆ ਉਹ ਹੁੰਦੀ ਹੈ ਮਨ ਦੀ ਸ਼ੁੱਧੀ। ਦੇਖੋ, ਜਿਹੜੀ ਮਨ ਦੀ ਸ਼ੁੱਧੀ ਹੁੰਦੀ ਹੈ ਨਾ, ਮਹਾਂਪੁਰਖ ਕਹਿੰਦੇ ਉਹ ਸ਼ੁੱਧੀ ਹੁੰਦੀ ਹੈ ਸੰਤੋਖ ਧਾਰਨ ਕਰਨ ਦੇ ਨਾਲ। ਹੁਣ ਜਿਹੜਾ ਗੁਰਸਿੱਖਾਂ ਦੇ ਅੰਦਰ ਸੰਤੋਖ ਵਾ, ਉਹਨਾਂ ਦੀ ਮਨ ਦੀ ਸ਼ੁੱਧੀ ਆਪਣੇ ਆਪ ਹੀ ਫਿਰ ਸਥਿਰ ਰਹਿੰਦੀ ਆ। ਜਿਵੇਂ ਦੇਖੋ, ਸੰਤੋਖ ਜਿਹੜਾ ਹੈ ਨਾ 2 ਤਰ੍ਹਾਂ ਦਾ ਹੁੰਦਾ। ਇੱਕ ਸੰਤੋਖ ਹੁੰਦਾ ਸਧਾਰਨ ਸੰਤੋਖ, ਦੂਸਰਾ ਹੁੰਦਾ ਹੈ ਮਹਾ ਸੰਤੋਖ। ਜਿਹੜਾ ਸਧਾਰਨ ਸੰਤੋਖ ਹੁੰਦਾ ਹੈ, ਉਹ ਸੰਤੋਖ ਕੀ ਹੁੰਦਾ ਹੈ ਕਿ ਅਗਰ ਸਾਨੂੰ ਕੋਈ ਚੀਜ਼ ਮਿਲ ਜਾਵੇ, ਅਗਰ ਕੋਈ ਸਾਨੂੰ ਚੀਜ਼ ਮਿਲ ਜਾਵੇ, ਪ੍ਰਾਪਤ ਹੋ ਜਾਵੇ, ਤਾਂ ਕਹਿੰਦੇ ਫਿਰ ਚੀਜ਼ ਮਿਲਣ ਦੇ ਨਾਲ ਉਸ ਪਰਮੇਸ਼ਰ ਦਾ ਸ਼ੁਕਰ ਕਰਨਾ ਚਾਹੀਦਾ ਹੈ। ਅਤੇ ਅਗਰ ਚੀਜ਼ ਨਾ ਮਿਲੇ ਤਾਂ ਫਿਰ ਕਹਿੰਦੇ ਉਸ ਪਰਮੇਸ਼ਰ ਦੇ ਉਸ ਚੀਜ਼ ਨਾ ਮਿਲਣ ਦੇ ਨਾਲ ਕਹਿੰਦੇ ਫਿਰ ਧੀਰਜ ਰੱਖਣਾ ਚਾਹੀਦਾ ਹੈ, ਇੰਤਜ਼ਾਰ ਕਰਨਾ ਚਾਹੀਦਾ ਹੈ। ਇਹ ਜਿਹੜਾ ਸੰਤੋਖ ਹੈ ਸਧਾਰਨ ਸੰਤੋਖ ਮੰਨਿਆ ਜਾਂਦਾ ਹੈ। ਦੂਸਰਾ ਇੱਕ ਹੁੰਦਾ ਹੈ ਮਹਾ ਸੰਤੋਖ। ਮਹਾ ਸੰਤੋਖ ਕੀ ਹੁੰਦਾ ਹੈ ਕਿ ਅਗਰ ਕੋਈ ਵਸਤੂ ਤੁਹਾਨੂੰ ਪ੍ਰਾਪਤ ਹੋ ਜਾਵੇ, ਫਿਰ ਕਹਿੰਦੇ ਉਸ ਵਸਤੂ ਦੀ ਜਿਹੜੀ ਵਰਤੋਂ ਹੈਗੀ ਆ ਉਹ ਵੰਡ ਕੇ ਕਰਨੀ ਚਾਹੀਦੀ ਹੈ, ਨਾ ਕਿ ਇਕੱਲਿਆਂ ਕਰਨੀ ਚਾਹੀਦੀ ਹੈ। ਇਹ ਮਹਾ ਸੰਤੋਖ ਦੀ ਨਿਸ਼ਾਨੀ। ਅਤੇ ਦੂਸਰਾ, ਅਗਰ ਉਹ ਵਸਤੂ ਨਾ ਪ੍ਰਾਪਤ ਹੋਵੇ, ਫਿਰ ਵੀ ਵਾਹਿਗੁਰੂ ਦੀ ਰਜ਼ਾ, ਵਾਹਿਗੁਰੂ ਦੀ ਖੁਸ਼ੀ ਦੇ ਵਿੱਚ ਹਮੇਸ਼ਾ ਰਹਿਣਾ ਚਾਹੀਦਾ ਹੈ ਕਿ ਪਰਮੇਸ਼ਰ ਨੇ ਵਸਤੂ ਮੈਨੂੰ ਇਸ ਕਰਕੇ ਅਜੇ ਨਹੀਂ ਦਿੱਤੀ ਕਿਉਂਕਿ ਮੈਂ ਅਜੇ ਉਸ ਵਸਤੂ ਦੇ ਯੋਗ ਨਹੀਂ ਹੈ। ਜਦੋਂ ਇਸ ਤਰ੍ਹਾਂ ਦਾ ਸੰਤੋਖ, ਜਿਹਨੂੰ ਬਾਣੀ ਕਹਿੰਦੀ ਆ ਮੁੰਦਾ ਸੰਤੋਖ, ਜਿਵੇਂ ਜੋਗੀ 2 ਮੁੰਦਰਾਂ ਪਾਉਂਦਾ, ਇਸ ਤਰ੍ਹਾਂ 2 ਪ੍ਰਕਾਰ ਦੇ ਸੰਤੋਖ ਆ। ਅਤੇ ਜਿਨ੍ਹਾਂ ਦੇ ਅੰਦਰ ਫਿਰ ਸਧਾਰਨ ਸੰਤੋਖ ਤੋਂ ਉੱਪਰਲਾ ਸੰਤੋਖ ਆ ਜਾਵੇ, ਉਹਦੇ ਨਾਲ ਫਿਰ ਮਨ ਪੂਰਨ ਸ਼ੁੱਧ ਹੋ ਜਾਂਦਾ। ਇਹ ਮਨ ਦੀ ਸ਼ੁੱਧੀ ਦੀ ਨਿਸ਼ਾਨੀ ਆ। ਤੀਸਰਾ ਕੀ ਹੈ
ਕਿ ਅੰਨ ਤੇ ਧਨ ਦੀ ਸ਼ੁੱਧੀ। ਦੇਖੋ ਸਾਨੂੰ ਆਪਣੇ ਜੀਵਨ ਦੇ ਵਿੱਚ ਮਹਾਂਪੁਰਖਾਂ ਨੇ ਆਖਿਆ ਹੈ ਕਿ ਕੋਈ ਵੀ ਤੁਹਾਡੇ ਦਰ 'ਤੇ ਆ ਜਾਵੇ ਉਹ ਭੁੱਖਾ ਨਹੀਂ ਜਾਣਾ ਚਾਹੀਦਾ। ਜਦੋਂ ਅਸੀਂ ਕਿਸੇ ਨੂੰ ਅੰਨ ਜਲ ਪਾਣੀ ਗ੍ਰਹਿਣ ਕਰਾਉਣਾ ਹੋਵੇ ਉਸ ਦੀ ਜਾਤ ਨਹੀਂ ਪੁੱਛਣੀ ਚਾਹੀਦੀ, ਉਸ ਦੇ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ। ਜਿਹੋ ਜਿਹਾ ਭੋਜਨ ਆਪ ਖਾਂਦੇ ਆ ਇਹੋ ਜਿਹਾ ਭੋਜਨ ਉਹਨੂੰ ਦੇਣਾ ਚਾਹੀਦਾ, ਔਰ ਖ਼ਾਸ ਕਰਕੇ ਪ੍ਰੇਮ ਦੇ ਨਾਲ ਭੋਜਨ ਛਕਾਉਣਾ ਚਾਹੀਦਾ ਹੈ। ਜਿੰਨਾ ਅਗਲੇ ਦੀ ਤ੍ਰਿਪਤੀ ਹੋ ਜਾਵੇ, ਜਿਸ ਦਿਨ ਭੋਜਨ ਖਾਣ ਨਾਲ ਅਗਲੇ ਦੀ ਤ੍ਰਿਪਤੀ ਹੋ ਜਾਵੇ ਉਹੋ ਜਿਹਾ ਹੀ ਭੋਜਨ ਉਹਨੂੰ ਦੇਣਾ ਚਾਹੀਦਾ ਹੈ। ਔਰ ਖ਼ਾਸ ਕਰਕੇ ਜਿਹੜਾ ਭੋਜਨ ਹੈ ਉਹ ਨਾਮ ਜਪਦਿਆਂ ਤਿਆਰ ਕਰਨਾ ਚਾਹੀਦਾ ਹੈ। ਇਹ ਜਿਹੜਾ ਭੋਜਨ ਹੈ ਇਸ ਭੋਜਨ ਦੇ ਨਾਲ ਅੰਨ ਦੀ ਸ਼ੁੱਧੀ ਹੋ ਜਾਂਦੀ ਆ। ਅਤੇ ਦੂਸਰੀ ਜਿਹੜੀ ਧਨ ਦੀ ਸ਼ੁੱਧੀ ਆ ਜਿਸ ਨੂੰ ਅਸੀਂ ਅਰਥ ਆਖਦੇ ਹਾਂ। ਦੇਖੋ ਅਗਰ ਕਿਸੇ ਨੂੰ ਕੋਈ ਚੀਜ਼ ਦਾਨ ਕਰਨੀ ਹੋਵੇ ਫਿਰ ਤਾਂ ਕੋਈ ਗੱਲ ਨਹੀਂ ਹੈ, ਅਸੀਂ ਸੁੱਤੇ ਸਿੱਧ ਦਾਨ ਕਰ ਸਕਦੇ ਹਾਂ। ਔਰ ਖ਼ਾਸ ਕਰਕੇ ਮਹਾਂਪੁਰਖ ਆਖਦੇ ਕਿ ਅਗਰ ਅਰਥ ਦਾਨ ਕਰਨਾ ਹੋਵੇ, ਧਨ ਦਾਨ ਕਰਨਾ ਹੋਵੇ ਤਾਂ ਫਿਰ ਭਾਈ ਕਹਿੰਦੇ ਅਕਲ ਦੀ ਬੜੀ ਜ਼ਰੂਰਤ ਆ। ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਅਕਲੀ ਸਾਹਿਬ ਸੇਵੀਏ, ਅਕਲੀ ਪਾਈਏ ਮਾਣ, ਅਕਲੀ ਪੜ੍ਹ ਕੇ ਬੁੱਝੀਏ, ਅਕਲੀ ਕੀਚੇ ਦਾਨ। ਕਹਿੰਦੇ ਅਕਲ ਦੇ ਨਾਲ ਦਾਨ ਕਰਨਾ ਚਾਹੀਦਾ। ਇਹ ਦੇਖਣਾ ਚਾਹੀਦਾ ਕਿ ਜਿਹੜਾ ਮੈਂ ਧਨ ਦਿੱਤਾ, ਅਰਥ ਦਿੱਤਾ, ਕੀ ਉਹਦੀ ਸਹੀ ਵਰਤੋਂ ਹੋ ਰਹੀ ਆ, ਕੀ ਉਹ ਜਿਹੜਾ ਧਨ ਹੈਗਾ ਕਿਸੇ ਨਜਾਇਜ਼ ਵਰਤੋਂ ਵਿੱਚ ਤਾਂ ਨਹੀਂ ਆ ਰਿਹਾ। ਹਾਂ, ਜਿੱਥੇ ਧਨ ਦੀ ਸਹੀ ਵਰਤੋਂ ਹੋ ਰਹੀ ਜ਼ਰੂਰਤ ਹੈ ਅਤੇ ਉੱਥੇ ਫਿਰ ਦਿਲ ਖੋਲ੍ਹ ਕੇ ਅਰਥ ਦੇਣ ਦੇ ਵਿੱਚ ਕੋਈ ਵੀ ਝਿਜਕ ਨਹੀਂ ਕਰਨੀ ਚਾਹੀਦੀ। ਪਰ ਹਾਂ, ਜਿੱਥੇ ਅਰਥ ਦੀ ਨਰਾਦਰੀ ਹੁੰਦੀ ਹੈ, ਅਰਥ ਤੁਹਾਡਾ ਦਿੱਤਾ ਹੋਇਆ ਦਾਨ ਜਿਹੜਾ ਹੈ ਉਹ ਲਾਭਬੰਦ ਨਾ ਹੋਣ ਕਰਕੇ ਕਿਸੇ ਸਵਾਰਥ ਲਈ ਵਰਤਿਆ ਜਾ ਰਿਹਾ ਹੈ, ਅਤੇ ਫਿਰ ਭਾਈ ਉੱਥੇ ਮਹਾਂਪੁਰਖ ਦੱਸਦੇ ਆ ਕਿ ਉੱਥੇ ਤੁਹਾਨੂੰ ਉਸ ਪੈਸੇ ਦਾ ਦਾਨ ਨਹੀਂ ਦੇਣਾ ਚਾਹੀਦਾ। ਇਸ ਕਰਕੇ ਅਰਥ ਜਿਹੜਾ ਹੈ ਨਾ ਉਸ ਨੂੰ ਬੜਾ ਸੋਚ ਸਮਝ ਕੇ ਦੇਣਾ ਚਾਹੀਦਾ ਹੈ। ਸੋ ਇਸ ਤਰ੍ਹਾਂ ਕੀਤਾ ਹੋਇਆ ਜਿਹੜਾ ਦਾਨ ਹੈ ਅੰਨ ਅਤੇ ਧਨ ਦਾ, ਇਹ ਇਸ ਦੀ ਸ਼ੁੱਧੀ ਨੂੰ ਹੀ ਉਜਾਗਰ ਕਰਦਾ ਹੈ। ਸੋ ਅਗਲਾ ਜਿਹੜਾ ਮਹਾਂਪੁਰਖਾਂ ਨੇ ਦੱਸਿਆ ਹੈ ਉਹ ਹੈ ਇੰਦਰੀਆਂ ਦੀ ਸ਼ੁੱਧੀ। ਦੇਖੋ ਸਾਡੇ ਜਿਹੜੇ ਇੰਦਰੀ ਹੈ, ਨੱਕ, ਕੰਨ, ਅੱਖ, ਜੀਹਵਾ, ਚਮੜੀ, ਇਹ ਜਿਹੜੇ ਇੰਦਰੀ ਹੈ ਇਹਨਾਂ ਦੀ ਸ਼ੁੱਧੀ ਬਹੁਤ ਜ਼ਰੂਰੀ ਆ। ਕਿਉਂ? ਕਿਉਂਕਿ ਇੰਦਰੀ ਤਾਂ ਸਭ ਦੇ ਪਾਸ ਹੁੰਦੇ ਆ, ਪਰ ਸ਼ੁੱਧੀ ਜਿਹੜੀ ਆ ਉਹ ਬਿਰਲੇ ਦੇ ਹਿੱਸੇ ਆਉਂਦੀ ਆ। ਜਿਵੇਂ ਅੱਖਾਂ ਦੀ ਸ਼ੁੱਧੀ ਕੀ ਹੈ, ਬਾਣੀ ਕਹਿੰਦੀ ਹੈ ਪਰ ਤੇਰੀਆ ਰੂਪ ਨ ਪਿੱਖੇ ਨੇਤਰ। ਹੁਣ ਦੇਖੋ ਅੱਖਾਂ ਦੇ ਨਾਲ ਕਿਸੇ ਚੀਜ਼ ਨੂੰ ਤੱਕਣਾ, ਲੇਕਿਨ ਉਸ ਤੱਕਣੀ ਦੇ ਵਿੱਚ ਕਿਤੇ ਤੁਹਾਡਾ ਸਵਾਰਥ ਤਾਂ ਨਹੀਂ ਛੁਪਿਆ, ਕਿਤੇ ਵਾਸ਼ਨਾ ਤਾਂ ਨਹੀਂ ਛੁਪੀ, ਕਿਸੇ ਕੋਈ ਐਸਾ ਕਾਰਨ ਛੁਪਿਆ ਨਾ ਹੋਵੇ ਤੁਹਾਡੀ ਦ੍ਰਿਸ਼ਟੀ ਦੇ ਅੰਦਰ ਕਿ ਜਿਹਦੇ ਨਾਲ ਤੁਹਾਡਾ ਮਨੋਬਲ ਜਿਹੜਾ ਹੈ ਨਾ ਤਪੱਸਿਆ ਦਾ ਥੱਲੇ ਡਿੱਗ ਪਵੇ। ਇਸ ਕਰਕੇ ਤੱਕਣੀ ਉਹ ਚੀਜ਼ ਚਾਹੀਦੀ ਹੈ ਜਿਸ ਦੀ ਖਾਸ ਜ਼ਰੂਰਤ ਹੋਵੇ। ਇਹੋ ਜਿਹੀ ਤੱਕਣੀ ਜਿਹੜੀ ਆ ਉਹ ਗੁਰਮੁਖ ਦੇ ਵਿੱਚ ਪ੍ਰਵਾਨ ਆ। ਪਰ ਜਿਸ ਤੱਕਣੀ ਵਿੱਚ ਸਾਡਾ ਲਾਲਚ ਹੈ, ਸਾਡਾ ਸਵਾਰਥ ਹੈ, ਸਾਡੀ ਵਾਸ਼ਨਾ ਹੈ, ਇਹੋ ਜਿਹੀ ਤੱਕਣੀ ਅੱਖਾਂ ਦੇ ਨਾਲ ਕਦੀ ਨਹੀਂ ਤੱਕਣੀ ਚਾਹੀਦੀ। ਦੇਖੋ ਜਦੋਂ ਅਸੀਂ ਇਸ ਤਰ੍ਹਾਂ ਤੱਕਾਂਗੇ, ਖਾਸ ਕਰਕੇ ਜਿਹੜੇ ਗੁਰਮੁਖ ਪਿਆਰੇ ਆ ਉਹਨਾਂ ਦੀ ਤੱਕਣੀ ਹਮੇਸ਼ਾ ਬ੍ਰਹਮ ਰੂਪ ਹੁੰਦੀ ਆ। ਬ੍ਰਹਮ ਦਿਸੇ ਬ੍ਰਹਮ ਸੁਣੀਏ, ਏਕ ਏਕ ਬਖਾਣੀਏ, ਐਸੀ ਅਵਸਥਾ ਹੋਣੀ ਚਾਹੀਦੀ ਆ ਕਿ ਜਿੱਧਰ ਵੀ ਉਹ ਤੱਕਦੇ ਹਨ ਉਹਨਾਂ ਦੀ ਤੱਕਣੀ ਦੇ ਅੰਦਰ ਸਰਬੱਤ ਦਾ ਭਲਾ ਛੁਪਿਆ ਹੁੰਦਾ ਹੈ। ਉਹਨਾਂ ਦੀ ਤੱਕਣੀ ਦੇ ਵਿੱਚ ਇਹ ਭਾਲ ਹੁੰਦੀ ਆ ਕਿ ਹਾਂ ਅਗਰ ਕਿਸੇ ਦਾ ਭਲਾ ਹੋ ਸਕਦਾ ਹੈ ਤਾਂ ਮੈਂ ਕਰਾਂ। ਕੋਈ ਐਸਾ ਆਦਮੀ ਨਾ ਹੋਵੇ ਜਿਸ ਨੂੰ ਜ਼ਰੂਰਤ ਹੋਵੇ ਲੇਕਿਨ ਉਸ ਨੂੰ ਸਹਾਇਤਾ ਨਾ ਮਿਲ ਸਕੇ ਅਤੇ ਮੇਰੀਆਂ ਉਹ ਅੱਖਾਂ ਤੋਂ ਓਹਲੇ ਨਾ ਹੋਵੇ। ਇਹੋ ਜਿਹੀ ਤੱਕਣੀ ਹੋਣੀ ਚਾਹੀਦੀ ਹੈ। ਇਹ ਤਾਂ ਹੈ ਇੰਦਰੀਆਂ ਦੀ ਤੱਕਣੀ। ਦੂਸਰਾ ਹੈ ਕੰਨਾਂ ਦੇ ਨਾਲ ਸੁਣਨਾ। ਦੇਖੋ ਕੰਨ ਜਿਹੜੇ ਆ ਸਾਨੂੰ ਵਾਹਿਗੁਰੂ ਨੇ ਸਰਵਣ ਕਰਨ ਦਿੱਤੇ। ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਇਹ ਸਰਵਣੋ ਮੇਰਿਓ ਸਾਚੇ ਸੁਣਨੇ ਨੌ ਪਠਾਏ, ਸਾਚੇ ਸੁਣਨੇ ਨੌ ਪਠਾਏ। ਸੱਚ ਨੂੰ ਸੁਣਨ ਵਾਸਤੇ ਕਹਿੰਦੇ ਤੁਹਾਨੂੰ ਲਾਇਆ ਹੈ। ਸੋ ਕੱਚੀ ਚੀਜ਼ ਕੰਨਾਂ ਦੇ ਨਾਲ ਸੁਣਨੀ ਨਹੀਂ ਚਾਹੀਦੀ। ਵਾਹਿਗੁਰੂ ਦੀ ਉਸਤਤ ਸਿਫਤ ਵਡਿਆਈ ਸੁਣਨੀ ਚਾਹੀਦੀ ਹੈ। ਕੱਚੇ ਜਿਹੜੇ ਸੰਗੀਤ ਹੈ ਉਹ ਸੁਣਨੇ ਨਹੀਂ ਚਾਹੀਦੇ। ਇਹੋ ਜਿਹੀ ਗੱਲ ਨਹੀਂ ਸੁਣਨੀ ਚਾਹੀਦੀ ਸਿੱਧੇ ਭਾਵ ਵਿੱਚ ਜਿਹੜੀ ਤੁਹਾਨੂੰ ਉਸ ਪਰਮੇਸ਼ਰ ਨਾਲ ਦੂਰ ਕਰਦੀ ਹੈ। ਔਰ ਖ਼ਾਸ ਕਰਕੇ ਨਿੰਦਿਆ ਚੁਗਲੀ, ਇਹੋ ਜਿਹੀ ਜਿਹੜੀਆਂ ਗੱਲਾਂ ਹੈ ਉਹ ਗੁਰਮੁਖ ਪਾਂਧੀ ਨੂੰ ਉਸ ਵਾਹਿਗੁਰੂ ਤੋਂ ਦੂਰ ਲੈ ਜਾਂਦੀਆਂ। ਜਦੋਂ ਅਸੀਂ ਸ਼ੁੱਧ ਸੁਣਾਂਗੇ, ਇਹੋ ਜਿਹੀ ਚੀਜ਼ ਸੁਣਾਂਗੇ ਜਿਸ ਦੇ ਨਾਲ ਸਾਡੇ ਅੰਦਰ ਪਰਮੇਸ਼ਰ ਦਾ ਪ੍ਰੇਮ ਹੋਵੇ, ਨੇੜਤਾ ਵਧੇ। ਸੋ ਇਹੋ ਜਿਹੀ ਸੁਣਨਾ ਜਿਹੜਾ ਹੈ ਨਾ ਇਹ ਕੰਨਾਂ ਨੂੰ ਸ਼ੁੱਧ ਕਰਦਾ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਵਾਸ਼ਨਾ ਜਿਹੜੀ ਨਾਸਕਾ ਦੇ ਨਾਲ ਅਸੀਂ ਲੈਂਦੇ ਹਾਂ ਉਹ ਵੀ ਪਵਿੱਤਰ ਹੋਣੀ ਚਾਹੀਦੀ ਹੈ। ਜਿਵੇਂ ਧੂਫ ਹੈ, ਅਗਰਬੱਤੀ ਹੈ, ਇਸ ਦੀ ਵਾਸ਼ਨਾ ਲੈਣ ਦੇ ਨਾਲ ਮਨ ਜਿਹੜਾ ਉਹ ਆਪਣੇ ਆਪ ਹੀ ਭਜਨ ਸਿਮਰਨ ਦੀ ਅਵਸਥਾ ਦੇ ਵਿੱਚ ਆ ਜਾਂਦਾ ਹੈ। ਇਹੋ ਜਿਹੀ ਵਾਸ਼ਨਾ ਹੋਣੀ ਚਾਹੀਦੀ ਹੈ। ਸੋ ਇਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਰਸਨਾ ਜੀਭਾ ਹੈਗੀ ਆ। ਹੁਣ ਜੀਭ ਦੇ ਨਾਲ ਮਿੱਠੇ ਬਚਨ ਬੋਲਣੇ, ਉਸ ਪਰਮੇਸ਼ਰ ਦੀ ਵਡਿਆਈ ਕਰਨੀ, ਉਸਤਤ ਕਰਨੀ, ਨਾਮ ਜਪਣਾ,
ਇਹ ਜੀਵਾ ਦੀ ਵਰਤੋਂ ਇਸ ਤਰ੍ਹਾਂ ਕਰਨੀ ਚਾਹੀਦੀ ਹੈ, ਕਿਉਂ ਜੀਵਾ ਦੀ ਵਰਤੋਂ ਕਿਸੇ ਦੀ ਨਿੰਦਿਆ, ਗਾਲੀ ਗਲੋਚ ਜਾਂ ਕਿਸੇ ਦੇ ਵਾਸਤੇ ਭੱਦੇ ਸ਼ਬਦ ਬੋਲਣੇ, ਇਸ ਤਰ੍ਹਾਂ ਜੀਵਾ ਦੇ ਬੋਲਣ ਦੇ ਨਾਲ ਸਾਡਾ ਜਿਹੜਾ ਤਾਪਕ ਹੈ ਉਹ ਡਿੱਗ ਪੈਂਦਾ। ਉਹ ਇਨਸਾਨ ਖਾਸ ਕਰਕੇ ਗੁਰਮੁਖ ਦੀਆਂ ਨਜ਼ਰਾਂ ਵਿੱਚੋਂ ਤਾਂ ਉੱਕਾ ਹੀ ਥੱਲੇ ਤਿਲਕ ਜਾਂਦਾ ਹੈ। ਸੋ ਇਹੋ ਜਿਹਾ ਬੋਲਣਾ ਚਾਹੀਦਾ ਜਿਹਨੂੰ ਆਖਿਆ ਹੈ ਕਿ ਥੈਂਕ ਬਿਫੋਰ ਯੂ ਸਪੀਕ, ਕਿ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ, ਤਕੜੀ ਦੀ ਤੋਲਣਾ ਚਾਹੀਦਾ ਕਿ ਜਿਹੜੀ ਮੈਂ ਗੱਲ ਕਰ ਰਿਹਾ ਹੈ ਕੀ ਇਸ ਗੱਲ ਵਿੱਚ ਵਜਨ ਹੈ, ਕੀ ਇਹ ਗੱਲ ਜਿਹੜੀ ਹੈ ਦੂਸਰੇ ਦੇ ਮਨ ਨੂੰ ਭਾਉਂਦੀ ਹੈ। ਇਹੋ ਜਿਹਾ ਬੋਲ ਜਿਹੜਾ ਨਾ ਰਸਨਾ ਦੇ ਵਿੱਚ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਸਾਡੀ ਚਮੜੀ ਹੈ, ਹੁਣ ਚਮੜੀ ਦਾ ਸਪਰਸ਼ ਵੀ ਜਿਹੜਾ ਨਾ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਕਿ ਸਾਨੂੰ ਇਹੋ ਜਿਹੀਆਂ ਵਾਈਬ੍ਰੇਸ਼ਨਾਂ ਚਮੜੀ ਦੇ ਨਾਲ ਸਪਰਸ਼ ਕਰਨੀਆਂ ਚਾਹੀਦੀਆਂ ਹਨ ਜਿਸ ਦੇ ਨਾਲ ਸਾਡੀ ਆਤਮਿਕ ਉੱਨਤੀ ਜਿਹੜੀ ਹੈ ਨਾ, ਸਾਡਾ ਜਿਹੜਾ ਰੁੱਖ ਆ ਅਧਿਆਤਮਿਕ ਬਲ ਵੱਲ ਜ਼ਿਆਦਾ ਰਹੇ। ਇਹੋ ਜਿਹੀ ਸ਼ੋਅ ਜਿਹੜੀ ਹੈ ਨਾ ਉਹ ਸਾਡੇ ਸਰੀਰ 'ਚ ਹੋਣੀ ਚਾਹੀਦੀ। ਖਾਸ ਕਰਕੇ ਜਿਹੜੇ ਗੁਰਮੁਖ ਪਾਂਧੀ ਆ ਇਸ ਮਾਰਗ 'ਤੇ ਚੱਲਣ ਵਾਲੇ, ਉਹਨਾਂ ਦੀ ਸੰਗਤ ਕਰਨੀ ਚਾਹੀਦੀ ਆ। ਕਿਉਂ? ਉਹਨਾਂ ਦੀ ਸੰਗਤ ਕਰਨਾ, ਉਹਨਾਂ ਦੇ ਦਰਸ਼ਨ ਕਰਨਾ, ਮਨ ਆਪਣੇ ਆਪ ਹੀ ਉਹਨਾਂ ਦੀਆਂ ਤਰੰਗਾਂ ਦੇ ਹਿਸਾਬ ਦੇ ਨਾਲ ਸਿਮਰਨ ਅਵਸਥਾ ਵੱਲ ਹੋ ਜਾਂਦਾ ਹੈ। ਸੋ ਗੁਰਮੁਖ ਦਾ ਜਿਹੜਾ ਟੀਚਾ ਹੈ ਕਿ ਉਹਨੇ ਆਪਣੇ ਨਿਸ਼ਾਨੇ ਤੋਂ ਇੱਧਰ ਉੱਧਰ ਨਹੀਂ ਖੁੰਝਣਾ, ਕੇਵਲ ਤੇ ਕੇਵਲ ਇੱਕ ਦੀ ਟੇਕ ਰੱਖ ਕੇ ਇੱਕ ਦੀ ਹੀ ਪ੍ਰਾਪਤੀ ਕਰਨੀ ਆ। ਸੋ ਇਹ ਤਾਂ ਹੀ ਹੋ ਸਕਦਾ ਜਦੋਂ ਸਾਡੀਆਂ ਚਮੜੀ ਦੀਆਂ ਜਿਹੜੀਆਂ ਵਾਈਬ੍ਰੇਸ਼ਨ ਆ ਉਹ ਹਮੇਸ਼ਾ ਪੋਜ਼ੀਟਿਵ ਹੋਣ, ਨੈਗੇਟਿਵ ਨਾ ਹੋਣ। ਸੋ ਇਹੋ ਜਿਹੜੀ ਸੰਗਤ ਹੈ ਉਹ ਸਾਨੂੰ ਹਮੇਸ਼ਾ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਜਿਹੜੀ ਅਗਲੀ ਸ਼ੁੱਧੀ ਮਹਾਂਪੁਰਖ ਦੱਸਦੇ ਆ ਉਹ ਹੁੰਦੀ ਹੈ ਆਤਮਾ ਦੀ ਸ਼ੁੱਧੀ। ਦੇਖੋ ਸਰੀਰ ਦੀ ਸ਼ੁੱਧੀ ਤਾਂ ਹੋ ਗਈ, ਲੇਕਿਨ ਜਿਹੜੀ ਆਤਮਾ ਦੀ ਸ਼ੁੱਧੀ ਆ, ਆਤਮਾ ਦੀ ਸ਼ੁੱਧੀ ਹਮੇਸ਼ਾ ਗਿਆਨ ਦੇ ਨਾਲ ਹੁੰਦੀ ਆ, ਔਰ ਗਿਆਨ ਜਿਹੜਾ ਹੈ ਉਹ ਸੰਗਤ ਵਿੱਚੋਂ ਮਿਲਦਾ ਹੈ। ਅਤੇ ਸੰਗਤ ਜਿਹੜੀ ਹੈਗੀ ਆ ਉਹ ਪੂਰੇ ਗੁਰਮੁਖਾਂ ਦੀ ਹੋਣੀ ਚਾਹੀਦੀ ਆ, ਅਧੂਰਿਆਂ ਦੀ ਨਹੀਂ ਹੋਣੀ ਚਾਹੀਦੀ। ਐਸੇ ਵਿਅਕਤੀਆਂ ਦੀ ਸੰਗਤ ਮਤ ਕਰੋ ਜਿਹੜੇ ਵਿਅਕਤੀ ਤੁਹਾਨੂੰ ਪਰਮੇਸ਼ਰ ਨਾਲ ਤੋੜ ਕੇ ਆਪਣੇ ਨਾਲ ਜੋੜਦੇ ਆ। ਇਹੋ ਜਿਹੀ ਸੰਗਤ ਤੋਂ ਹਮੇਸ਼ਾ ਸਾਵਧਾਨ ਰਹਿਣਾ ਚਾਹੀਦਾ ਹੈ। ਪਰ ਜਿਹੜੇ ਗੁਰਮੁਖ ਪਿਆਰੇ ਆਪਣੇ ਨਾਲ ਤੋੜ ਕੇ ਉਸ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਤੁਹਾਨੂੰ ਜੋੜਦੇ ਆ, ਉਹਦੀ ਸੰਗਤ ਕਰਨੀ ਚਾਹੀਦੀ ਹੈ। ਉਹਨਾਂ ਦੇ ਬਚਨ ਬਲਾ ਸੁਣਨੇ ਚਾਹੀਦੇ ਆ। ਔਰ ਸੰਗਤ ਇਸੇ ਕਰਕੇ ਗੁਰਬਾਣੀ ਨੇ ਆਖਿਆ ਹੈ ਕਿ ਕਾਹੋਂ ਕੀ ਸੰਗਤ ਮਿਲ ਜੀਵਨ ਮੁਕਤ ਹੋਏ ਅਤੇ ਕਾਹੋਂ ਕੀ ਸੰਗਤ ਮਿਲ ਜੰਮਪੁਰ ਜਾਤ ਹੈ। ਅਤੇ ਕਈਆਂ ਦੀ ਸੰਗਤ ਐਸੀ ਜਿਹੜੇ ਤੁਹਾਡੀ ਜੀਵਨ ਨੂੰ ਮੁਕਤ ਕਰ ਦਿੰਦੀ, ਜ਼ਿੰਦਗੀ ਦੀ ਚੜ੍ਹਦੀ ਕਲਾ ਕਰਾ ਦਿੰਦੀ। ਇਹੋ ਜਿਹੇ ਗੁਰਮੁਖ ਪਿਆਰਿਆਂ ਦੀ ਸੰਗਤ। ਲੇਕਿਨ ਦੂਸਰੀ ਸੰਗਤ ਜਿਹੜੀ ਆ ਉਹ ਤੁਹਾਨੂੰ ਰੱਬ ਨਾਲ ਜਿਹੜੀ ਤੋੜ ਕੇ ਆਪਣੇ ਨਾਲ ਜੋੜਦੀ ਆ। ਇਹੋ ਜਿਹੀ ਜਿਹੜੀ ਸੰਗਤ ਆ ਜਿਹੜੀ ਸਵਾਰਥ ਵਾਸਤੇ ਕੀਤੀ ਜਾਂਦੀ, ਕਿਸੇ ਲਾਲਚ ਵਾਸਤੇ, ਕਿਸੇ ਖੁਦਗਰਦੀ ਵਾਸਤੇ, ਇਹੋ ਜਿਹੀ ਸੰਗਤ ਤੋਂ ਹਮੇਸ਼ਾ ਸਾਵਧਾਨ ਰਹਿਣਾ ਚਾਹੀਦਾ ਹੈ। ਕਿਉਂ? ਇਹੋ ਜਿਹੀ ਸੰਗਤ ਕਰਨ ਦੇ ਨਾਲ ਸਾਡਾ ਜਿਹੜਾ ਲੋਕ ਤਾਂ ਗਿਆ ਹੀ ਗਿਆ ਹੈ, ਨਾਲ ਸਾਡਾ ਪਰਲੋਕ ਵੀ ਚੱਲ ਜਾਏਗਾ। ਲੋਕ ਪਰਲੋਕ ਦੋਨੇ ਵਿਗੜ ਜਾਣਗੇ। ਫਿਰ ਜਿਹੜੀ ਅਸਲੀ ਸਤ ਸੰਗਤ ਹੈ ਗੁਰਮੁਖ ਪਿਆਰਿਆਂ ਦੀ, ਉਹ ਸੰਗਤ ਕਰਨ ਦੇ ਨਾਲ ਸਾਡੇ ਲੋਕ ਅਤੇ ਪਰਲੋਕ ਦੋਨੇ ਸੇਲੇ ਹੋ ਸਕਦੇ ਆ। ਇਸ ਕਰਕੇ ਆਤਮਿਕ ਸ਼ੁੱਧੀ ਦੇ ਵਾਸਤੇ ਗਿਆਨ ਦੀ ਬਹੁਤ ਜ਼ਿਆਦਾ ਮਹੱਤਤਾ ਹੈ। ਗਿਆਨ ਜਿੰਨਾ ਵੀ ਅਸੀਂ ਹਾਸਲ ਕਰਾਂਗੇ ਸਮਝ ਲਓ ਓਨਾ ਹੀ ਕੰਮ ਹੈ। ਇਸ ਕਰਕੇ ਵੱਧ ਤੋਂ ਵੱਧ ਸੰਗਤ ਕਰੀਏ। ਸੰਗਤ ਕਰਨ ਦੇ ਨਾਲ ਸਾਡਾ ਜਿਹੜਾ ਰਸਤਾ ਹੈਗਾ, ਸਾਡੇ ਜਿਹੜੇ ਸ਼ੰਕੇ ਆ ਉਹ ਸਾਫ਼ ਹੁੰਦੇ ਜਾਣਗੇ। ਅਤੇ ਜਦੋਂ ਸ਼ੰਕਿਆਂ ਦੀ ਨਿਵਰਤੀ ਹੋ ਜਾਊ ਫਿਰ ਸਾਨੂੰ ਪਤਾ ਲੱਗ ਜਾਊਗਾ ਕਿ ਭਾਈ ਅਸਲ ਦੇ ਵਿੱਚ ਜਿਸ ਚੀਜ਼ ਦੀ ਮੈਨੂੰ ਤਲਾਸ਼ ਹੈ ਉਹ ਤਲਾਸ਼ ਮੈਨੂੰ ਸੰਗਤ ਦੇ ਵਿੱਚੋਂ ਪ੍ਰਾਪਤ ਹੋਣੀ ਆ। ਇਸ ਕਰਕੇ ਸੰਗਤ ਦੇ ਬੈਕੁੰਠ ਧਾਮ ਪਰਮੇਸ਼ਰ ਦਾ ਘਰ ਹੈ। ਤਦੇ ਗੁਰਬਾਣੀ ਨੇ ਆਖਿਆ ਹੈ ਮੇਰੇ ਮਾਧੋ ਜੀ ਸਤ ਸੰਗਤ, ਸੱਚ ਦੀ ਸੰਗਤ, ਸਤ ਸੰਗਤ ਮਿਲੇ ਸੂ ਤਰਿਆ। ਉੱਥੇ ਕਹਿੰਦੇ ਮੋਹਰ ਲੱਗ ਜਾਂਦੀ ਆ, ਉਹ ਜਿਹੜਾ ਆਦਮੀ ਆ ਭਵ ਸਾਗਰ ਤੋਂ ਪਾਰ ਹੋ ਜਾਂਦਾ। ਇਸ ਕਰਕੇ ਸੰਗਤ ਬੜੀ ਜ਼ਰੂਰੀ ਆ। ਸੰਗਤ ਦੇ ਨਾਲ ਮਨ ਜਿਹੜਾ ਹਮੇਸ਼ਾ ਇਕਾਗਰ ਰਹਿੰਦਾ, ਇੱਧਰ ਉੱਧਰ ਮਨ ਦੀ ਭਟਕਣਾ ਹਟ ਜਾਂਦੀ ਆ। ਮਨ ਸਹਿਜ ਦੇ ਵਿੱਚ ਬਿਨਾਂ ਕਿਸੇ ਜ਼ੋਰ ਤੋਂ, ਬਿਨਾਂ ਕਿਸੇ ਯਤਨ ਤੋਂ ਆਪਣੇ ਆਪ ਟਿਕ ਜਾਂਦਾ ਹੈ। ਐਸੀ ਸੰਗਤ ਦੀ ਵਡਿਆਈ ਜਿਹੜੀ ਹੈ। ਸੋ ਇਹੋ ਜਿਹੀ ਸੰਗਤ ਜਿਹੜੀ ਹੈ ਉਹ ਆਤਮਾ ਦੀ ਸ਼ੁੱਧੀ ਪ੍ਰਦਾਨ ਕਰਦੀ ਆ। ਸੋ ਅੱਗੇ ਮਹਾਂਪੁਰਖਾਂ ਦੇ ਬਚਨ ਆ ਕਿ ਗਰਭ ਦੀ ਸ਼ੁੱਧੀ। ਦੇਖੋ ਅਗਰ ਕੋਈ ਬੱਚਾ ਇਸਤਰੀ ਦੇ ਗਰਭ ਦੇ ਵਿੱਚ ਹੋਵੇ ਤਾਂ ਉਸ ਬੱਚੇ ਦੀ ਸ਼ੁੱਧੀ ਬੜੀ ਜ਼ਰੂਰੀ ਆ। ਲੇਕਿਨ ਉਸ ਬੱਚੇ ਦੀ ਸ਼ੁੱਧੀ ਜਿਹੜੀ ਆ ਉਹ ਖਾਸ ਕਰਕੇ ਉਸ ਔਰਤ ਦੀ ਜਿਹੜੀ ਸੋਚਣ ਸ਼ਕਤੀ ਆ ਉਹ 'ਤੇ ਨਿਰਭਰ ਕਰਦੀ ਆ ਕਿ ਉਹਦੇ ਅੰਦਰ ਕਿਹੋ ਜਿਹੇ ਫੁਰਨੇ ਬਣਦੇ ਆ, ਉਹਦੀ ਕਿਹੋ ਜਿਹੀ ਸੰਗਤ ਹੈ, ਉਹਦੀ ਕਿਹੋ ਜਿਹੀ ਤੱਕਣੀ ਆ। ਸੋ ਜਿਸ ਔਰਤ ਦੀ ਜਿਸ ਪਾਸੇ ਰੁਝਾਨ ਹੋਵੇ, ਜਿਸ ਪਾਸੇ ਰੁਚੀ ਹੋਵੇ, ਸੋ ਉਹ ਜਿਹੜਾ ਅਸਰ ਵਾ ਉਸ ਦੇ ਬੱਚੇ ਦੇ ਗਰਭ ਦੇ ਵਿੱਚ ਪੈਂਦਾ ਹੈਗਾ। ਸੋ ਇਸ ਕਰਕੇ ਜ਼ਰੂਰੀ ਆ ਕਿ ਔਰਤ ਦੀ ਤੱਕਣੀ ਹਮੇਸ਼ਾ ਸ਼ੁੱਧ ਹੋਣੀ ਚਾਹੀਦੀ ਆ। ਸੋ ਸ਼ੁੱਧ ਤੱਕਣੀ ਹੀ ਉਸ ਦੇ ਬੱਚੇ ਨੂੰ ਬਲਵਾਨ ਬਣਾਉਂਦੀ ਆ, ਭਗਤ ਬਣਾਉਂਦੀ, ਸੰਤ ਬਣਾਉਂਦੀ ਆ, ਸੂਰਬੀਰ ਅਤੇ ਯੋਧਾ ਬਣਾਉਂਦੀ ਆ। ਸੋ ਇਸ ਕਰਕੇ ਜਿਹੜੀ ਤੱਕਣੀ ਆ ਹਮੇਸ਼ਾ ਸੱਚ ਦੀ ਹੋਣੀ ਚਾਹੀਦੀ ਆ। ਜਿਵੇਂ ਮਹਾਂਪੁਰਖਾਂ ਦੇ ਵਚਨ ਆ ਕਿ ਇੱਕ ਵਾਰ 6ਵੀਂ ਪਾਤਸ਼ਾਹੀ
ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰਾਜ ਦੇ ਸਮੇਂ ਇੱਕ ਕਾਲੇ ਖਾਂ ਜਿਹੜਾ ਸੀਗਾ ਉਹ ਪਠਾਨ ਹੁੰਦਾ ਸੀ, ਬਹੁਤ ਤਕੜਾ। ਇਹ ਯੋਧਾ ਹੁੰਦਾ ਸੀ। 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਫੌਜ ਦੇ ਵਿੱਚ ਸੇਵਾ ਕਰਦਾ ਹੁੰਦਾ ਸੀ। ਇੱਕ ਵਾਰ ਜਦ ਜੰਗ ਹੋਈ ਸੀ ਅਤੇ ਫਿਰ ਇਸ ਨੇ ਜੰਗ ਦੇ ਵਿੱਚ ਚੰਗੇ ਜੌਹਰ ਦਿਖਾਏ ਸੀ। ਕਾਲੇ ਖਾਂ ਇਸ ਦਾ ਨਾਂ ਸੀਗਾ। ਲੇਕਿਨ ਉਹਦੇ ਵਿੱਚ ਇਹ ਜੰਗ ਕਰਦਾ ਕਰਦਾ ਦੁਸ਼ਮਣਾਂ ਦੇ ਘੇਰੇ ਦੇ ਵਿੱਚ ਘਿਰਿਆ ਗਿਆ ਸੀ, ਅਤੇ ਜਿਸ ਨੂੰ ਦੇਖ ਕੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਯਾਰੀ ਕਲਾ ਵਰਤਾ ਕੇ ਇਸ ਦਾ ਬਚਾਅ ਕੀਤਾ ਸੀ। ਪਰ ਜਦੋਂ ਯੁੱਧ ਦੀ ਸਮਾਪਤੀ ਤੋਂ ਬਾਅਦ ਜਿੱਥੇ ਬਾਕੀ ਸਿੰਘਾਂ ਨੇ ਯੁੱਧ ਦੇ ਜਿੰਨੀਆਂ ਵੀ ਘਟਨਾਵਾਂ ਹੋਈਆਂ ਸੀ ਉਹਨਾਂ ਦਾ ਜ਼ਿਕਰ 6ਵੇਂ ਪਾਤਸ਼ਾਹ ਨੇ ਸਾਂਝਾ ਕੀਤਾ। ਜਦ ਫਿਰ ਕਾਲੇ ਖਾਂ ਨੇ ਆਖਿਆ ਸੀਗਾ ਕਿ ਮੈਂ ਯੁੱਧ ਦੇ ਵਿੱਚ ਇੰਨੇ ਸਿਪਾਹੀ ਕਤਲ ਕਰ ਦਿੱਤੇ, ਇੰਨੇ ਮਾਰ ਦਿੱਤੇ, ਅਤੇ ਪਰ 6ਵੇਂ ਪਾਤਸ਼ਾਹ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀਗਾ, ਕਹਿੰਦੇ ਕਾਲੇ ਖਾਂ ਅਸੀਂ ਮੰਨਦੇ ਹਾਂ ਕਿ ਤੂੰ ਬਲੀ ਹੈ, ਪਰ ਜਿਹਨਾਂ ਯੋਧਿਆਂ ਵਿੱਚ ਤੂੰ ਘਿਰਿਆ ਸੀ, ਜਿਹੜਾ ਯੋਧਾ ਤੇਰੇ ਸਾਹਮਣੇ ਆਇਆ ਸੀ ਉਹ ਯੋਧਾ ਮਹਾਬਲੀ ਆ, ਅਤੇ ਤੈਨੂੰ ਬਚਾਉਣ ਵਾਸਤੇ ਅਸੀਂ ਉਸ ਯੋਧੇ ਦੇ ਹੱਥ ਦੇ ਵਿੱਚ ਜਿਹੜਾ ਸ਼ਸਤਰ ਫੜਿਆ ਸੀ, ਨੇਜਾ ਫੜਿਆ ਸੀ, ਜਦੋਂ ਤੇਰੇ ਮਾਰਨ ਲੱਗਾ ਸੀਗਾ ਅਸੀਂ ਉਸ ਦੇ ਹੱਥ ਦਾ ਜਿਹੜਾ ਨੇਜਾ ਸੀਗਾ ਉਹ ਆਪਣੇ ਹੱਥ ਨਾਲ ਫੜ ਕੇ ਰੋਕਿਆ ਸੀਗਾ, ਤਾਂ ਤੇਰਾ ਬਚਾਅ ਹੋਇਆ ਸੀ। ਇਹ ਦੇਖ ਕੇ ਕਾਲੇ ਖਾਂ ਜਿਹੜਾ ਸੀ ਮਨ ਵਿੱਚ ਬੜਾ ਹੈਰਾਨ ਹੋਇਆ ਸੀ। ਉਸਨੇ ਪੁੱਛਿਆ ਸੀ, ਮਹਾਰਾਜ ਮੈਂ ਆਪ ਨੂੰ ਨਹੀਂ ਦੇਖਿਆ। ਮਹਾਰਾਜ ਕਹਿੰਦੇ ਭਾਈ ਅਸੀਂ ਸੁਰਤੀ ਦੇ ਨਾਲ ਹੀ ਉਹਦਾ ਨੇਜਾ ਆਪਣੇ ਹੱਥ ਨਾਲ ਫੜਿਆ ਸੀ, ਅਤੇ ਉਸ ਦੀ ਨਿਸ਼ਾਨੀ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਫਿਰ ਕਾਲੇ ਖਾਂ ਨੂੰ ਆਪਣੇ ਹੱਥਾਂ ਦੇ ਉੱਤੇ ਨੇਜੇ ਫੜੇ ਦੀ ਨਿਸ਼ਾਨੀ ਦੀ ਦਿਖਾਈ ਸੀ। ਸੋ ਦੇਖ ਕੇ ਫਿਰ ਕਾਲੇ ਖਾਂ ਬੜਾ ਦੰਗ ਰਹਿ ਗਿਆ ਸੀ। ਪਰ ਜਦ ਸਿੰਘਾਂ ਨੇ ਪੁੱਛਿਆ 6ਵੇਂ ਪਾਤਸ਼ਾਹ ਨੂੰ ਕਿ ਵੇ ਸਾਨੂੰ ਇਹ ਦੱਸੋ ਵੀ ਉਹ ਜਿਹੜਾ ਯੋਧਾ ਕਾਲੇ ਖਾਂ ਦੇ ਬਰਾਬਰ ਆ ਕੇ ਮੁਕਾਬਲਾ ਕਰਨ ਦਿਆ ਸੀਗਾ, ਉਸ ਨੂੰ ਤੁਸੀਂ ਮਹਾਬਲੀ ਕਿਉਂ ਕਿਹਾ? ਉਹ ਮਹਾਬਲੀ ਕਿਵੇਂ ਹੋਇਆ? ਫਿਰ 6ਵੇਂ ਪਾਤਸ਼ਾਹ ਨੇ ਦੱਸਿਆ ਸੀ ਉਹ ਮਹਾਬਲੀ ਇਸ ਕਰਕੇ ਆ ਕਿ ਉਸ ਦੀ ਮਾਂ ਦੀ ਤੱਕਣੀ ਦੇ ਵਿੱਚ ਇੱਕ ਐਸੀ ਘਟਨਾ ਵਾਪਰੀ ਸੀ ਜਿਸ ਕਰਕੇ ਉਹ ਮਹਾਬਲੀ ਹੋਇਆ ਸੀ। ਅਤੇ ਫਿਰ ਸਿੰਘਾਂ ਨੇ ਜਦ ਇਹ ਘਟਨਾ ਪੁੱਛੀ ਸੀ ਤਾਂ 6ਵੇਂ ਪਾਤਸ਼ਾਹ ਨੇ ਦੱਸਿਆ ਸੀਗਾ ਕਿ ਜਦੋਂ ਉਸ ਮਹਾਬਲੀ ਯੋਧੇ ਦੀ ਮਾਂ ਦੇ ਵਿੱਚ ਇਹ ਯੋਧਾ ਗਰਭ ਵਿੱਚ ਸੀਗਾ, ਤਾਂ ਉਸ ਟਾਈਮ ਇਹਨਾਂ ਦਾ ਜਿਹੜਾ ਪਰਿਵਾਰ ਸੀਗਾ ਇੱਕ ਨਦੀ ਤੋਂ ਤਕਰੀਬਨ 40-50 ਫੁੱਟ ਦੇ ਘਰ ਦੇ ਵਿੱਚ ਰਹਿੰਦਾ ਸੀਗਾ। ਅਤੇ ਕਹਿੰਦੇ ਇੱਕ ਦਿਨ ਕੀ ਹੋਇਆ, ਸਵੇਰ ਦਾ ਟਾਈਮ ਸੀਗਾ, ਇੱਕ ਸ਼ੇਰ ਨਦੀ ਦੇ ਦੂਸਰੇ ਕੰਢੇ 'ਤੇ ਆਇਆ, ਉਹ ਪਾਣੀ ਪੀਣ ਲੱਗ ਪਿਆ, ਅਤੇ ਇਸ ਦੀ ਮਾਂ ਨੇ ਉਸ ਸ਼ੇਰ ਨੂੰ ਪਹਿਲੀ ਵਾਰੀ ਤੱਕਿਆ। ਜਦ ਤੱਕਿਆ ਅਤੇ ਉਹ ਸ਼ੇਰ ਜਦ ਪਾਣੀ ਪੀਂਦਾ ਸੀ ਉਹਦੀ ਮਾਂ ਦੇ ਅੰਦਰ ਚਾਅ ਪੈਦਾ ਹੋਇਆ ਕਿ ਇਹ ਸ਼ੇਰ ਨੂੰ ਪਾਣੀ ਪੀਂਦੇ ਮੈਂ ਰੋਜ਼ ਦੇਖਾਂ। ਜਿਉਂ ਸ਼ੇਰ ਜਿਹੜਾ ਸੀ ਰੋਜ਼ ਪਾਣੀ ਪੀਣ ਆਉਂਦਾ ਸੀ, ਜਦੋਂ ਵੀ ਉਹਦੀ ਪਾਣੀ ਦੀ ਆਵਾਜ਼ ਪੀਣ ਦੀ ਲੱਪ ਲੱਪ ਕਰਦੇ ਸੀ ਇਹਦੀ ਮਾਂ ਨੂੰ ਸੁਣਾਈ ਦਿੰਦੀ ਸੀ। ਇਹਦੀ ਮਾਂ ਦੌੜ ਕੇ ਜਾ ਕੇ ਸ਼ੇਰ ਨੂੰ ਦੇਖਦੀ ਸੀ, ਅਤੇ ਇਸ ਤਰ੍ਹਾਂ ਸ਼ੇਰ ਨੂੰ ਦੇਖਣ ਕਰਕੇ ਉਸ ਦੀ ਤੱਕਣੀ ਦੇ ਵਿੱਚ ਇਹਦੇ ਗਰਭ ਦੇ ਵਿੱਚ ਜਿਹੜਾ ਬੱਚਾ ਸੀਗਾ ਉਹਦੇ ਵਿੱਚ ਵੀ ਸ਼ੇਰ ਦੀ ਤੱਕਣੀ ਦਾ ਅਸਰ ਹੋ ਗਿਆ ਸੀਗਾ। ਫਿਰ ਜਦੋਂ ਇਹ ਬੱਚਾ ਜਿਹੜਾ ਸੀ ਇਹਦਾ ਜਨਮ ਹੋਇਆ ਸੀਗਾ, ਫਿਰ ਉਸ ਟਾਈਮ ਇਹ ਬੱਚਾ ਇੰਨਾ ਬਲਵਾਨ ਹੋਇਆ ਸੀ ਕਿ ਮਾਂ ਦੀ ਤੱਕਣੀ ਸ਼ੇਰ ਦੀ ਕਰਕੇ ਇਹ ਬੱਚਾ ਫਿਰ ਆਪਣਾ ਸਮਾਂ ਪਾ ਕੇ ਮਹਾਬਲੀ ਯੋਧਾ ਬਣਿਆ ਸੀਗਾ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਹ ਗਰਭ ਦੀ ਸ਼ੁੱਧੀ ਹੈ। ਗਰਭ ਦੀ ਸ਼ੁੱਧੀ ਦੇ ਵਾਸਤੇ ਜਿਵੇਂ ਮਹਾਂਪੁਰਖਾਂ ਦੇ ਬਚਨ ਆ ਕਿ ਬੀਬੀਆਂ ਨੂੰ ਜਿਹੜਾ ਨਾਮ ਸਿਮਰਨ ਅਤੇ ਗੁਰਬਾਣੀ ਦੇ ਪਾਠ ਜਿਹੜੇ ਉਹ ਜ਼ਿਆਦਾ ਕਰਨੇ ਚਾਹੀਦੇ ਆ। ਸੁਰਤ ਨੂੰ ਇੱਕ ਜਗ੍ਹਾ ਇਕਾਗਰ ਕਰਨਾ ਚਾਹੀਦਾ, ਔਰ ਖ਼ਾਸ ਕਰਕੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਉਹਨਾਂ ਦਾ ਧਿਆਨ ਧਰਨਾ ਚਾਹੀਦਾ। ਜਦੋਂ ਬੀਬੀਆਂ ਚਾਰੇ ਸਾਹਿਬਜ਼ਾਦਿਆਂ ਦਾ ਧਿਆਨ ਧਰਨਗੀਆਂ ਤਾਂ ਫਿਰ ਨਿਸ਼ਚਿਤ ਹੀ ਹੈ ਉਹ ਬੱਚਾ ਪੂਰਨ ਗੁਰਸਿੱਖ ਹੋਊਗਾ। ਸਮਾਂ ਪਾ ਕੇ ਉਹ ਬੱਚਾ ਜਿਹੜਾ ਹੈ ਨਾ ਫਿਰ ਮਹਾਯੋਧਾ ਕੀ ਆ, ਮਹਾਂ ਤੋਂ ਮਹਾਯੋਧਿਆਂ ਦਾ ਵੀ ਫਿਰ ਸਰਦਾਰ ਹੋਵੇਗਾ। ਸੋ ਇਹ ਹੈ ਗਰਭ ਦੀ ਸ਼ੁੱਧੀ। ਅੱਗੇ ਮਹਾਂਪੁਰਖ ਆਖਦੇ ਆ ਇਹ ਜਿਹੜਾ ਜੀਵਨ ਦਾ ਕਲਿਆਣ ਵਾ, ਜੀਵਨ ਦਾ ਕਲਿਆਣ ਦੀ ਜਿਹੜੀ ਸ਼ੁੱਧੀ ਹੈ ਉਹ ਜੀਵਨ ਕਲਿਆਣ ਦੀ ਸ਼ੁੱਧੀ ਜਿਹੜੀ ਆ ਪਰਉਪਕਾਰ ਦੇ ਨਾਲ ਹੋਊਗੀ। ਦੇਖੋ ਇਨਸਾਨ ਜਿਹੜਾ ਹੈ ਨਾ ਉਹਦਾ ਕੰਮ ਇਕੱਲਾ ਭਜਨ ਸਿਮਰਨ ਨਹੀਂ ਕਰਨਾ, ਉਹਦਾ ਕੰਮ ਹੈ ਪਰਉਪਕਾਰ ਕਰਨਾ। ਜਿਵੇਂ ਭਾਈ ਲੱਦਾ ਸਿੰਘ ਜੀ ਪਰਉਪਕਾਰੀ, ਹੁਣ ਜਿਹੜਾ ਕੰਮ ਸੰਸਾਰ ਦੇ ਲੋਕੀ ਨਹੀਂ ਕਰ ਸਕੇ ਉਹ ਕੰਮ ਜਿਹੜੇ ਹੈ ਨਾ ਫਿਰ ਪਰਉਪਕਾਰੀ ਯੋਧੇ ਕਰਦੇ ਆ। ਜਿਵੇਂ ਭਾਈ ਲੱਦਾ ਸਿੰਘ ਉਹਨਾਂ ਨੇ ਸੱਤੇ ਬਲਵੰਡ ਨੂੰ ਬਖਸ਼ਾ ਦਿੱਤਾ ਸੀਗਾ, ਲੇਕਿਨ ਇਹ ਕੰਮ ਜਿਹੜਾ ਹੈ ਨਾ ਪਰਉਪਕਾਰੀ ਮਹਾਂਪੁਰਖਾਂ ਦੇ ਹਿੱਸੇ ਹੀ ਆਉਂਦਾ ਹੈ। ਸੋ ਜ਼ਿੰਦਗੀ ਦੇ ਅੰਦਰ ਕੋਈ ਵੀ ਐਸਾ ਕੰਮ ਹੋਵੇ ਜਿਸ ਕੰਮ ਕਰਨ ਦੇ ਨਾਲ ਸਾਡੇ ਜੀਵਨ ਦੀ ਸ਼ੁੱਧੀ ਬਣੇ, ਉਹੋ ਜਿਹਾ ਕੰਮ ਕਰਨ ਦੇ ਵਿੱਚ ਗਰੇਜ ਨਹੀਂ ਕਰਨਾ ਚਾਹੀਦਾ। ਸੋ ਜਿੰਨੇ ਵੀ ਸਾਂਝੇ ਕੰਮ ਆ ਖਾਸ ਕਰਕੇ ਪਰਉਪਕਾਰ ਦੇ, ਜਿਵੇਂ ਪਿੰਡਾਂ ਦੇ ਕੰਮ ਆ, ਸੜਕ ਬਣਾਉਣੀ, ਰਸਤਾ ਬਣਾਉਣਾ, ਸਕੂਲ ਬਣਾਉਣਾ ਜਾਂ ਕੋਈ ਵੀ ਕੰਮ ਕਰਨਾ ਹੈ, ਇਹੋ ਜਿਹੇ ਕੰਮਾਂ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਤਾਂ ਜੋ ਸਮਾਜ ਦਾ ਸੁਧਾਰ ਹੋ ਸਕੇ ਅਤੇ ਸੰਸਾਰ ਜਿਹੜਾ ਹੈ ਨਾ ਉਹ ਚੜ੍ਹਦੀਆਂ ਕਲਾਂ ਦੇ ਵਿੱਚ ਜਾ ਸਕੇ। ਇਹੋ ਜਿਹੇ ਕੰਮ ਕਰਨ ਦੇ ਨਾਲ ਫਿਰ ਜੀਵਨ ਦੀ ਸ਼ੁੱਧੀ ਬਣਦੀ ਹੈ। ਅੱਗੇ ਫਿਰ ਮਹਾਂਪੁਰਖਾਂ ਦੇ ਬਚਨ ਹੈ ਕਿ ਜਿਹੜਾ ਮਨ ਆ ਪਰਮੇਸ਼ਰ ਦੇ ਹਮੇਸ਼ਾ ਸ਼ਰਨਾਗਤ ਰੱਖੇ, ਅਤੇ ਇਸ ਕਰਕੇ ਮਨ ਭਗਵਾਨ ਦੀ ਸ਼ਰਨ ਰੱਖੇ, ਹਮੇਸ਼ਾ ਰਹੇ। ਅਤੇ ਇਸ ਦੇ ਵਾਸਤੇ ਜਿਹੜਾ ਯਤਨ ਹੈ ਉਹ ਇਹੋ ਹੀ ਹੋਣਾ ਚਾਹੀਦਾ ਹੈ ਕਿ ਮਨ
परमेश्वर के चरणों के सदा टिकण का कारण एको ही आ कि जदों मन संसार वजों बैराग हो जाऊगा, जदों मन बैरागी हो गया, संसार की खिच ये अंदर कोई काम नहीं की, संसार दी सारियां खिच्चां तो इंसान उपर हो गया, तो फिर जिहड़ा शरण है परमेश्वर की उहदे विच मन अपने आप ही टिक जाऊगा। आम करके असीं वचन करते हैं कि साडा जिहड़ा मन हैगा वो संसार दे विच ज़्यादा है लेकिन भगवान दे विच नहीं है। असल दे विच महापुरख दसदे आ कि मन संसार दे विच नहीं हुंदा। क्यों? अगर मन संसार दे विच हुंदा है तो समा पा के उत्थों फिर मन हटदा क्यों है? क्यों नहीं संसार दे विच पूरी तरह टिकदा? इस करके नहीं टिकदा क्योंकि संसार की जिहड़ी खिच हैगी आ ये सिर्फ मनोकल्पित हैगी आ। ये खिच जिहड़ी है एक छलावा है, एक भुलेखा है। असल दे विच जिहड़ी असल खिच आ परमेश्वर की है। ये ऐसी खिच है जिवें कमल का फुल भौरे नूं सदा वास्ते अपने विच समा लैंदा, सो भगवान की प्रीत जिहड़ी है वो गुरमुख प्यारे नूं अपने विच सदा वास्ते जज़ब कर लैंदी है। इस करके भाई जिहड़ा भजन सिमरन गुरमुख प्यारे करते हैं उन्होंने पता है कि भजन सिमरन निरंकार का ऐसा जफा है जिस विचों निकलना अभ्यासी जिहड़ा है वो नहीं लोचदा, वो भौरे की न्याई उहदे विच हमेशा बहना चाहुंदा हैगा। सो इस करके भगवान की चरनावत उदों ही हुंदी आ, उदों ही शरण हुंदी है जदों संसार तो मन बैराग हो जाता है, जदों मन बैरागी बन जाता, संसार दे विच रुचि घट जाती है। क्योंकि जिस गुरमुख प्यारे नूं संसार की खेड का पता लग जाता, जिसनूं ये पता लग जाता जिवें कलगीधर महाराज दे वचन है कि मैं हूँ परम पुरख को दासा देखण आयो जगत तमाशा। जदों संसार वो केवल ते केवल तमाशे की न्याई देखता है तो मदारी बन के एक खड़ के ये संसार के तमाशे का आनंद भी माणदा, पर अपना जो इष्ट हैगा उस दे बल हमेशा जिहड़ा जुड़िया रहिंदा है। ये है चरनागत। सो अगली शुद्धि जिहड़ी महापुरख दसदे है वो हुंदी है ढाडे ब्राह्मण की शुद्धि, ढाडे विवेक की शुद्धि। हुण देखो साडा जिहड़ा बुद्ध विवेक है, साडी जिहड़ी बुद्धि है, साडी जिहड़ी सोच है, उस दी शुद्धि इस तरह ही हो सकती है जदों साडी रुचि केवल ते केवल धार्मिक कामां दे विच ज़्यादा होवे, जिसनूं गुरबाणी किहा है कर हर कर्म सरबण हर कथा। हरि दे काम करन दे नाल साडी जिहड़ी विवेक की शुद्धि आ वो हमेशा तरपर रहिंदी आ। हुण परमेश्वर दे काम की है? परमेश्वर दे काम आ कि जिन्हां कामां दे करन दे नाल वाहिगुरू दी खुशी हुंदी है। हुण वाहिगुरू दी खुशी की है? वाहिगुरू दी खुशी यही है कि असीं भाई अपना दसबंध कढ के लंगर चलाइए, गरीबां दी मदद करिए, भुੱਖਿਆਂ नूं अन्न खिलाइए। ये जिहड़ी शुद्धि है ये साडे विवेक नूं उच्चा करदी, साडी सोच नूं उच्चा करदी है। सो तो जिन्ने भी धार्मिक काम खास करके जदों समा बनता है, साडे गुरुआं दे जद दिन आउंदे है, जदों साडे गुरपुरब आउंदे आ, इन्हां गुरपुरबां दे विच वध तों वध हिस्सा लैके इन्हां गुरपुरबां नूं सफल करन वास्ते, इन्हां गुरपुरबां दा जिहड़ा सुनेहा है उस संगत तक पहुँचाउण वास्ते सानूं वध तों वध यतनशील होना चाहिदा है। जदों असीं इस तरह करांगे तो साडा जिहड़ा विवेक है, बुद्ध विवेक हैगी आ, वो उच्ची हो जाऊगी, श्रेष्ठ हो जाऊगी। इस तरह इहो जिहियां जिहड़ियां शुद्धियां हैगियां जदों असीं धारण करांगे तो फिर बाणी कहंदी आ को नानक सच ध्याईए सुच होवे तां सच पाईए। फिर कहंदे जद सुचमता इस तरह साडे अंदर आ जाती, इस तरह शुद्धि बन जाती है, फिर वो दिन दूर नहीं है जदों परमेश्वर सानूं खुद आके मिलता है। क्योंकि महापुरखां दे वचन है इंसान जिन्ना कोई मर्जी जोर ला लवे, यतन कर देवे, वो परमेश्वर नूं मिल नहीं सकता। जिवें गुरबाणी दा फरमान है कि जप तप संजम धर्म ना कमाया, सेवा साधना जाणिया हर राया। पर हाँ मिलदा उस तरह ही है जिसनूं आपां आखदे आ कि जिहदे अंदर पूर्ण शुद्धि बन जावे, उस शुद्धि की महक दे नाल परमेश्वर अपने आप ही गुरमुख प्यारे तक गलबकड़ी पाउण लई हाज़र हो जाता है। जिवें देखो कमल का फुल है, जब कमल का फुल जिहड़ा पूर्ण जोबन दे विच आ जांदा, सुगंधत हो जाता, फिर कमल के फुल नूं जिहड़ा हैगा वो भौरे नूं कहण दी लोड़ नहीं कि मेरा जोबन हो गया, मैं पूरा खिल गया, मेरे अंदर पूरी खुशबू आ गई आ। पर भौरियां दी खिच अपने आप ही बन जाती है। भौरे जंगलों विचों निकल गए उस कमल की सुगंधी नूं मनण वास्ते पहुँच जाते आ। इस तरह परमेश्वर जिहड़ा है वो तो इंसान के अंदर ही हो जाता, पर प्रतख प्रगट हो गए उस दी जिहड़ी भावना हैगी आ गुरमुख प्यारे दी उसनूं पूरा करता है। सो दास इन्ने ही वचन करदा होया खिमा दा जाचक है जी, होईयां बेअंत भुल्लां चुकां दी खिमा बख्शणी, सो फतेह बुलाओ। वाहिगुरू जी का खालसा, वाहिगुरू जी की फतेह।